10 ਨਵੰਬਰ ਸਮਾਂ 6:52 ਜਦੋਂ ਦਹਿਲ ਉੱਠੀ ਰਾਜਧਾਨੀ ਦਿੱਲੀ। ਲਾਲ ਕਿਲੇ ਨੇੜੇ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਸਭ ਦੇ ਹੋਸ਼ ਉੱਡ ਗਏ। ਧਮਾਕੇ ਦੀ ਆਵਾਜ਼ 1 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਨੇੜਲੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਲੋਕ ਭੱਜਦੇ ਦਿਖਾਈ ਦਿੱਤੇ। ਇਹ ਖਤਰਨਾਕ ਧਮਾਕਾ ਇੱਕ ਚਿੱਟੀ i20 ਗੱਡੀ ਦੇ ਵਿੱਚ ਕੀਤਾ ਗਿਆ ਸੀ। ਧਮਾਕੇ ਤੋਂ ਪਹਿਲਾਂ ਇਸ ਚਿੱਟੀ i20 ਕਾਰ ਦੀ CCTV ਵੀ ਸਾਹਮਣੇ ਆਈ। CCTV ਫੁਟੇਜ ਦੇ ਵਿੱਚ ਕਾਲਾ ਮਾਸਕ ਪਹਿਨੇ ਇੱਕ ਵਿਅਕਤੀ ਨੂੰ ਪਾਰਕਿੰਗ ਏਰੀਆ ਤੋਂ ਕਾਰ ਨੂੰ ਬਾਹਰ ਕੱਢਦੇ ਹੋਏ ਦੇਖਿਆ ਗਿਆ। ਸੂਤਰਾਂ ਅਨੁਸਾਰ ਕਾਰ ਦੇ ਵਿੱਚ ਸਵਾਰ ਇਹ ਸ਼ਖਸ ਸ਼ੱਕੀ ਡਾਕਟਰ ਮੁਹੰਮਦ ਉਮਰ ਨਬੀ ਨਾਲ ਮੇਲ ਖਾਂਦਾ ਹੈ, ਜੋ ਕਿ ਪੇਸ਼ੇ ਤੋਂ ਡਾਕਟਰ ਹੈ। ਡਾਕਟਰ ਉਮਰ ਪੁਲਵਾਮਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਡਾਕਟਰ ਉਮਰ ਫਰੀਦਾਬਾਦ ਦੀ ਅਲਫਲਾ ਯੂਨੀਵਰਸਿਟੀ ਦੇ ਵਿੱਚ ਫੈਕਲਟੀ ਮੈਂਬਰ ਸੀਗਾ, ਪਰ ਉਸ ਉੱਤੇ ਜੈਸ਼-ਏ ਮੁਹੰਮਦ ਅੱਤਵਾਦੀ ਮੋਡਿਊਲ ਦੇ ਨਾਲ ਜੁੜੇ ਹੋਣ ਦਾ ਵੀ ਦੋਸ਼ ਹੈ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਉਹ ਹਰਿਆਣਾ ਦੇ ਫਰੀਦਾਬਾਦ ਅੱਤਵਾਦੀ ਮੋਡਿਊਲ ਦੇ ਨਾਲ ਜੁੜਿਆ ਹੋਇਆ ਸੀ। ਜੀ ਹਾਂ, ਦਰਅਸਲ ਦਿੱਲੀ ਦੇ ਵਿੱਚ ਧਮਾਕੇ ਤੋਂ ਕੁਝ ਘੰਟੇ ਪਹਿਲਾਂ ਜੰਮੂ ਕਸ਼ਮੀਰ ਪੁਲਿਸ ਨੇ ਫਰੀਦਾਬਾਦ ਦੇ ਵਿੱਚ ਇੱਕ ਅੱਤਵਾਦੀ ਮੋਡਿਊਲ ਦੇ ਨਾਲ ਜੁੜੇ 3 ਡਾਕਟਰਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਉਹਨਾਂ ਕੋਲੋਂ 2900 ਕਿਲੋਗ੍ਰਾਮ ਵਿਸਫੋਟਕ, ਇੱਕ ਅਸੌਲਟ ਰਾਈਫਲ ਅਤੇ ਇੱਕ AK-47 ਰਾਈਫਲ ਵੀ ਜ਼ਬਤ ਕੀਤੀ ਗਈ। ਪੁਲਿਸ ਸੂਤਰਾਂ ਅਨੁਸਾਰ ਉਹ ਜੈਸ਼ ਦੇ ਨਾਲ ਜੁੜੇ 4 ਡਾਕਟਰਾਂ ਦੀ ਭਾਲ ਕਰ ਰਹੇ ਸਨ ਤੇ ਜਿਨ੍ਹਾਂ ਦੇ ਵਿੱਚ ਡਾਕਟਰ ਉਮਰ ਵੀ ਸ਼ਾਮਿਲ ਸੀ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਮਰ ਨੇ 3 ਡਾਕਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਦੇ ਵਿੱਚ ਇਹ ਆਤਮਘਾਤੀ ਹਮਲਾ ਕਰ ਦਿੱਤਾ। ਉਮਰ ਨੇ ਜਿਸ ਕਾਰ ਦੇ ਵਿੱਚ ਧਮਾਕਾ ਕੀਤਾ ਉਸ ਦਾ 11 ਘੰਟਿਆਂ ਦਾ ਰੂਟ ਮੈਪ ਵੀ ਸਾਹਮਣੇ ਆ ਗਿਆ ਹੈ। ਸਭ ਤੋਂ ਪਹਿਲਾਂ ਹੁੰਡਈ i20 ਕਾਰ ਫਰੀਦਾਬਾਦ ਤੋਂ ਲਾਲ ਕਿਲੇ ਦੇ ਲਈ ਰਵਾਨਾ ਹੋਈ ਸੀ। ਸੋਮਵਾਰ ਸਵੇਰੇ 7:30 ਵਜੇ ਕਾਰ ਨੂੰ ਫਰੀਦਾਬਾਦ ਦੇ ਵਿੱਚ ਏਸ਼ੀਅਨ ਹਸਪਤਾਲ ਦੇ ਬਾਹਰ ਵੇਖਿਆ ਗਿਆ। ਇਸ ਤੋਂ ਬਾਅਦ ਸਵੇਰੇ 8:13 ਤੇ ਗੱਡੀ ਬਦਰਪੁਰ ਟੋਲ ਤੋਂ ਦਿੱਲੀ ਦੇ ਵਿੱਚ ਦਾਖਲ ਹੋਈ। ਕੁਝ ਹੀ ਮਿੰਟਾਂ ਬਾਅਦ ਸਵੇਰੇ 8:20 ਤੇ i20 ਕਾਰ ਨੂੰ ਓਖਲਾ ਇੰਡਸਟਰੀਅਲ ਏਰੀਆ ਦੇ ਨੇੜੇ ਜੋ ਹੈ ਇੱਕ ਪੈਟਰੋਲ ਪੰਪ ਦੇ ਨੇੜੇ ਵੇਖਿਆ ਗਿਆ। ਇਸ ਤੋਂ ਬਾਅਦ ਸਿੱਧਾ ਦੁਪਹਿਰ 3:19 ਤੇ ਗੱਡੀ ਲਾਲ ਕਿਲਾ ਕੰਪਲੈਕਸ ਦੇ ਨੇੜੇ ਪਾਰਕਿੰਗ ਦੇ ਵਿੱਚ ਦਾਖਲ ਹੋ ਗਈ। ਸ਼ਾਮ 6:28 ਤੇ ਇਹ i20 ਕਾਰ ਪਾਰਕਿੰਗ ਤੋਂ ਬਾਹਰ ਨਿਕਲੀ ਅਤੇ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਵੱਲ ਵੱਧ ਗਈ, ਜਿੱਥੇ ਆਖਿਰਕਾਰ ਧਮਾਕਾ ਹੋ ਗਿਆ। ਪਰ ਹੁਣ ਕਈ ਸਵਾਲ ਵੀ ਖੜੇ ਹੋ ਰਹੇ ਨੇ। ਦਰਅਸਲ ਬਦਰਪੁਰ ਰਾਹੀਂ ਦਿੱਲੀ ਪਹੁੰਚਣ ਤੋਂ ਬਾਅਦ ਡਾਕਟਰ ਉਮਰ ਨੇ ਆਪਣੀ ਕਾਰ ਲਾਲ ਕਿਲੇ ਦੀ ਪਾਰਕਿੰਗ ਦੇ ਵਿੱਚ 3 ਘੰਟੇ ਦੇ ਲਈ ਪਾਰਕ ਕੀਤੀ। ਸੋ ਜਦੋਂ ਉਮਰ ਪਾਰਕਿੰਗ ਦੇ ਵਿੱਚ ਸੀਗਾ ਤਾਂ ਉਹ ਕਿੱਥੇ ਸੀ? ਕਿ ਉਹ ਪਾਰਕਿੰਗ ਦੇ ਵਿੱਚ ਹੀ ਸੀਗਾ ਜਾਂ ਉਹ 3 ਘੰਟਿਆਂ ਦੌਰਾਨ ਕਿਸੇ ਨੂੰ ਮਿਲ ਰਿਹਾ ਸੀ, ਜਾਂ ਉਹ ਇਲਾਕੇ ਦੀ ਰੇਕੀ ਕਰ ਰਿਹਾ ਸੀ ਤੇ ਭੀੜ ਦੀ ਇਕੱਠੀ ਹੋਣ ਦੀ ਉਡੀਕ ਕਰ ਰਿਹਾ ਸੀ? ਕਾਰ ਆਖਿਰਕਾਰ 3:19 ਤੇ ਪਾਰਕਿੰਗ ਦੇ ਵਿੱਚ ਪਹੁੰਚੀ ਅਤੇ 6:28 ਤੇ ਬਾਹਰ ਆ ਗਈ। ਤੇ ਇਹਨਾਂ 3 ਘੰਟਿਆਂ ਦੌਰਾਨ ਕੀ ਉਮਰ ਨੇ ਕਿਸੇ ਦੇ ਨਾਲ ਗੱਲ ਕੀਤੀ? ਕਿ ਉਹ ਕਿਸੇ ਤੋਂ ਨਿਰਦੇਸ਼ ਲੈ ਰਿਹਾ ਸੀ ਜਾਂ ਉਹ ਕਿਸੇ ਦੇ ਨਿਰਦੇਸ਼ਾਂ ਦੀ ਉਡੀਕ ਕਰ ਰਿਹਾ ਸੀਗਾ? ਤਾਂ ਉਮਰ ਜਾਣਦਾ ਸੀ ਕਿ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਕਿਸੇ ਵੀ ਸਮੇਂ ਉਸ ਤੱਕ ਪਹੁੰਚ ਸਕਦੀ ਹੈ। ਤਾਂ ਫਿਰ ਉਸਨੇ ਦਿੱਲੀ ਦੇ ਸਭ ਤੋਂ ਸੁਰੱਖਿਅਤ ਖੇਤਰ ਦੇ ਵਿੱਚ 3 ਘੰਟੇ ਰਹਿਣ ਦਾ ਜੋਖਮ ਕਿਉਂ ਲਿਆ? ਕਿ ਕੋਈ ਸਲੀਪਰ ਸੈੱਲ ਜਾਂ ਫਿਰ ਲੌਜਿਸਟਿਕਸ ਉਸ ਦਾ ਸਮਰਥਨ ਕਰ ਰਿਹਾ ਸੀ? ਸੂਤਰਾਂ ਅਨੁਸਾਰ ਡਾਕਟਰ ਉਮਰ ਜਾਂ ਤਾਂ ਆਪਣੇ ਕੋਲ ਮੌਜੂਦਾ ਵਿਸਫੋਟਕਾਂ ਨੂੰ ਸੁਰੱਖਿਅਤ ਥਾਂ ਤੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਫਿਰ ਗ੍ਰਿਫਤਾਰੀ ਦੇ ਡਰੋਂ ਉਸਨੇ ਇਹ ਹਮਲਾ ਕਰ ਦਿੱਤਾ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਧਮਾਕੇ ਸਮੇਂ ਉਹ ਕਾਰ ਦੇ ਵਿੱਚ ਹੀ ਸੀਗਾ ਜਾਂ ਫਿਰ ਨਹੀਂ। ਉੱਥੇ ਹੀ ਪੁਲਵਾਮਾ ਦੇ ਵਿੱਚ ਡਾਕਟਰ ਉਮਰ ਦੀ ਮਾਂ ਦਾ NDA ਨਮੂਨਾ ਵੀ ਲਿਆ ਗਿਆ ਹੈ। ਇਸ ਨੂੰ ਮ੍ਰਿਤਕ ਦੇ NDA ਨਮੂਨਿਆਂ ਦੇ ਨਾਲ ਹੁਣ ਮਿਲਾ ਕੇ ਇਹ ਪਤਾ ਲਗਾਇਆ ਜਾਵੇਗਾ ਕਿ ਧਮਾਕੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਵਿੱਚ ਕਿ ਡਾਕਟਰ ਉਮਰ ਵੀ ਸ਼ਾਮਿਲ ਹੈ ਜਾਂ ਫਿਰ ਨਹੀਂ। ਪੁਲਿਸ ਨੇ ਡਾਕਟਰ ਉਮਰ ਦੀ ਮਾਂ ਤੇ ਉਸਦੇ 2 ਭਰਾਵਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਹੈ ਅਤੇ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ। ਡਾਕਟਰ ਉਮਰ ਦੀ ਭਾਬੀ ਦਾ ਵੀ ਬਿਆਨ ਸਾਹਮਣੇ ਆਇਆ ਹੈ। उसने दस्या कि पुलिस उसके पति दियोर अते सास नू चुक के ले गई है। मेरी देवर को और मेरी सास को क्या बोल के आपके सिक्योरिटी फोर्सेस ने क्या बोला और क्यों ले गए उनको? पहले उन्होंने कहा कि उमर कहाँ, हमने बोला दिल्ली में है, उमर दिल्ली में है। थोड़ी सी पूछताछ करके उनको ले जा सकते हैं, फिर उनको लेके गए। आपकी बात कब हुई थी उमर से? और लास्ट फ्राइडे को हमने बात की। लास्ट फ्राइडे, उसके बाद कोई बात नहीं हुई? उसके बाद कोई बात नहीं हुई, बस लास्ट फ्राइडे को हमने उमर के साथ बात की।
आज करते थे ना, बच्चों के साथ बातें करते थे, बच्चों से बहुत प्यार था, जुड़ाव था, लगाव था, उस वजह से वो ज्यादा बातें, वो जब घर आता था ना वो क्रिकेट में इन्वॉल्व रहता था, बहुत लगाव था, बहुत लत थी क्रिकेट के से, बहुत लत। जीएमसी अनंतनाग से ही डॉक्टर अदीब राफिल को भी जो है जम्मू कश्मीर पुलिस ने गिरफ्तार किया हुआ है। उनका नाम भी आया है, क्या उनके साथ कोई दोस्ती, उनके साथ कोई राबता था इनका? हॉस्पिटल का वो है, वो तो उन्हें वहीं पता होगा, या तो हमारे घर आता होगा तो मैं बोलती कि वो आया है। वो जब आया ही नहीं, मुझे पता ही नहीं, मैं जानती भी नहीं, मैं उसको नहीं जानती अदील को, मैंने नाम सुना है आप लोगों से बस। डॉक्टर साहब पर इल्जाम आ रहा है कि इसने किया है, जो हमला हुआ इसने किया, इसके हवाले से आपका क्या कहना है? मैं क्या कह सकती हूँ इसके हवाले से बस मैं यही कह सकती हूँ कि इस टाइप का वो इंसान था ही नहीं, हमें लगता ही नहीं था। हमें तो बस यही, हमने कितनी स्ट्रगल की उसे पढ़ाने में, यहाँ तक पहुँचाने में, पूरी मेहनत की, पूरी लगन के साथ उसे यहाँ तक पहुँचाया था ताकि वो कुछ कमा सके और फिर हमें भी कुछ खिलाए पिलाए। आपको क्या विश्वास हो रहा है कि वो ऐसा कर सकता है? मुझे तो यकीन ही नहीं हो रहा है, मैं तो परेशान हो रही हूँ। डॉक्टर साहब की शादी हुई है कि नहीं हुई है अभी? एंगेजमेंट हुई थी, शादी नहीं हुई थी। तो कितना टाइम हुआ उसको जब घर आया नहीं, वो कितना टाइम? पिछले 2 महीने से वो घर नहीं आया, 2 महीने पहले आया था। तो आपको लगता है कि वो इस आइडियोलॉजी का हिस्सा हो सकते थे, या कुछ उनके दिमाग में ऐसा चल रहा था कभी आपको? ऐसे तो कोई बात ही नहीं, वो तो शांत स्वभाव का इंसान था, मैं शांत रहता था, बातें ज्यादा नहीं करता था, ज्यादा किसी में इन्वॉल्वमेंट नहीं थी, दोस्त नहीं थे, खाली पढ़ाई करता था, ये मुझे पता है। जितना मुझे पता है मैं उतना ही कह सकती हूँ, उससे ज्यादा मैं कुछ नहीं कह सकती। बट पिछले 1 हफ्ते में आपने कहा 1 हफ्ता पहले बात हुई थी, उससे पहले कोई बात थी? 3 दिन पहले हमसे 3 दिन पहले आपकी बात हुई थी, क्या बात हुई थी? बस इतना ही कहा था, कैसे हो मामा। ਹੁਣ ਸਾਰੇ ਸਵਾਲਾਂ ਉੱਤੇ ਜਾਂਚ ਚੱਲ ਰਹੀ ਹੈ। ਆਖਿਰਕਾਰ ਇਸ ਪੂਰੇ ਬਲਾਸਟ ਪਿੱਛੇ ਹੈ ਕੌਣ?